ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਅੱਗਿਆ ਪਰਮੇਸ਼ਰ ਹੈ। ਤੂੰ ਹਮੇਸ਼ਾ ਸਾਡੇ ਨਾਲ ਭਲਾ ਕਰਦਾ ਹੈ ਅਤੇ ਭਲਾਈ ਦੇ ਨਾਲ ਸਾਨੂੰ ਆਪਣੇ ਰਾਜ ਵਿੱਚ ਲੈ ਕੇ ਚੱਲਦਾ ਹੈ। ਉਸ ਦੇ ਲਈ ਅਸੀਂ ਤੇਰੇ ਧੰਨਵਾਦੀ ਹਾਂ। ਜਦੋਂ ਅਸੀਂ ਅੱਜ ਤੇਰੇ ਵਚਨ ਦਾ ਮਨਨ ਕਰਨ ਜਾ ਰਹੇ ਹਾਂ, ਇਸ ਮਨਨ ਦੇ ਵਿੱਚ ਸਾਨੂੰ ਆਪਣੀ ਬੁੱਧ, ਆਪਣੀ ਸਮਝ, ਆਪਣਾ ਗਿਆਨ ਦੇ, ਤਾਂ ਕਿ ਤੇਰੇ ਸ਼ਬਦ ਨੂੰ ਸਮਝ ਕੇ ਤੇਰੇ ਨਾਮ ਨੂੰ ਪਰਮੇਸ਼ਰਤਾ ਉੱਚਾ ਕਰ ਸਕੀਏ ਔਰ ਉਸ ਦੇ ਵਿੱਚ ਵਾਧੇ ਹੋਏ ਪਰਮੇਸ਼ਰਤਾ ਤੇਰੇ ਸਰੂਪ ਦੀ ਜਿਉਂਦੀ ਆਸ ਦੇ ਵਿੱਚ ਤੇਰੇ ਵਿੱਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਇੱਕ ਇੱਕ ਪਲ ਦੇ ਲਈ ਅੱਜ ਦੇ ਵਚਨ ਨੂੰ ਸੁਣਨ ਵਾਲਿਆਂ ਨੂੰ, ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਅਸੀਂ ਤੀਸਰੇ ਭਾਗ ਦੇ ਵਿੱਚ ਹਾਂ, ਸ਼ਬਦ ਦੇ। ਮੈਂ ਪਿਛਲੇ ਕੱਲ ਆਪ ਨੂੰ ਸ਼ਬਦ ਦੇ ਜੋ ਮੁਜੱਸਮ ਹੋਇਆ ਹੈ ਪਰਮੇਸ਼ਵਰ ਦੇ, ਉਹਨਾਂ ਦੇ ਗੁਣਾਂ ਦੇ ਉੱਤੇ ਆਪ ਨੂੰ ਜਾਣੂ ਕਰਾ ਰਿਹਾ ਸੀ। ਅਸੀਂ 5 ਗੁਣ ਹਜੇ ਤੱਕ ਦੇਖ ਚੁੱਕੇ ਹਾਂ। ਮੈਂ ਉਸ ਨੂੰ ਰਿਮੈਂਬਰ ਕਰ ਰਿਹਾ ਹਾਂ। ਅਨੰਤ ਸ਼ਬਦ ਹੈ, ਸਰਵ ਸ਼ਕਤੀਮਾਨ ਸ਼ਬਦ ਹੈ, ਸਰਵ ਗਿਆਨੀ ਸ਼ਬਦ ਹੈ, ਸਰਵ ਵਿਆਪੀ ਸ਼ਬਦ ਹੈ, ਪਵਿੱਤਰਤਾ ਸ਼ਬਦ ਹੈ। ਹੁਣ ਅਸੀਂ ਅੱਜ ਦੇਖਣ ਜਾ ਰਹੇ ਹਾਂ 6ਵਾਂ ਸੱਚ ਸ਼ਬਦ ਹੈ। ਸ਼ਬਦ ਜਿਹੜਾ ਹੈ ਉਹ ਸੱਚ ਹੈ, ਉਹ ਝੂਠ ਨਹੀਂ। ਸ਼ਬਦ ਦੀ ਤਸਵੀਰ ਨੂੰ ਕਦੇ ਵੀ ਅਸੀਂ ਝੂਠ ਦੇ ਵਿੱਚ ਨਹੀਂ ਲੈ ਕੇ ਆ ਸਕਦੇ ਹਾਂ। ਮੈਂ ਜਦੋਂ ਉਸ ਭਰਾ ਦੇ ਨਾਲ ਗੱਲ ਕਰ ਰਿਹਾ ਸੀ ਤਾਂ ਮੈਂ ਉਸ ਨੂੰ ਇਹ ਦੱਸ ਰਿਹਾ ਸੀ, ਸ਼ਬਦ ਦੀ ਜਿਹੜੀ ਪਹਿਚਾਨ ਹੈ ਉਹ ਸੱਤ ਦੇ ਉੱਤੇ ਹੁੰਦੀ ਹੈ ਔਰ ਜਦ ਤੱਕ ਅਸੀਂ ਸੱਤ ਨੂੰ ਨਹੀਂ ਪਛਾਣਦੇ ਹਾਂ, ਸੱਤ ਨੂੰ ਨਹੀਂ ਜਾਣਦੇ ਹਾਂ, ਉਦੋਂ ਤੱਕ ਅਸੀਂ ਸੱਚੇ ਸ਼ਬਦ ਦੇ ਨੇੜੇ ਨਹੀਂ ਹਾਂ ਔਰ ਨਾ ਸੱਚਾ ਸ਼ਬਦ ਸਾਡੇ ਵਿੱਚ ਕਿਰਿਆਸ਼ੀਲ ਹੈ। ਔਰ ਉਸ ਸੱਚੇ ਸ਼ਬਦ ਦੀ ਤਸਵੀਰ ਇਹ ਹੈ ਕਿ ਉਸ ਦੇ ਵਿੱਚ ਸੱਚਾਈ ਰਹਿੰਦੀ ਹੈ ਅਤੇ ਹਨੇਰਾ ਉਹਦੇ ਵਿੱਚੋਂ ਮੂਲੋਂ ਹੈ ਨਹੀਂ। ਉਹ ਸੱਚ ਹੈ ਅਤੇ ਉਹ ਸੱਚ ਚਾਨਣ ਹੈ। ਉਹ ਸੱਚ ਪਰਮੇਸ਼ਵਰ ਦਾ ਉਹ ਸਰੂਪ ਹੈ ਜਿਸ ਵਿੱਚ ਅਸੀਂ ਉਸ ਚਾਨਣ ਦੇ ਵਿੱਚ ਹੋ ਕੇ ਚੱਲ ਰਹੇ ਹਾਂ। ਸਾਨੂੰ ਇਹ ਪਤਾ ਹੋਣਾ ਚਾਹੀਦਾ, ਜੇ ਸੱਚ ਸਾਡੇ ਕੋਲ ਨਹੀਂ ਹੈ ਜਾਂ ਸੱਚ ਸਾਡੇ ਉੱਤੇ ਨਹੀਂ ਹੈ ਜਾਂ ਕੋਈ ਵਿਅਕਤੀ ਸੱਚ ਦੇ ਨਾਲ ਗੱਲ ਨਹੀਂ ਕਰ ਰਿਹਾ ਹੈ ਤਾਂ ਮੈਂ ਉਸ ਨੂੰ ਕਦੇ ਵੀ ਸ਼ਬਦ ਦਾ ਓਨਰ ਜਾਂ ਸ਼ਬਦ ਦਾ ਰਚੇਤਾ ਨਹੀਂ ਮੰਨ ਸਕਦਾ। ਇਸ ਲਈ ਇੱਥੇ ਸੱਤ ਦੇ ਉੱਤੇ ਮੈਂ ਗੱਲ ਕਰ ਰਿਹਾ ਹਾਂ। ਜੋ ਸੱਤ ਹੈ ਉਹ ਯਹੋਨਾ ਦੀ ਅੰਜੀਲ 7 ਅਧਿਆਇ ਉਸ ਦੀ 28 ਆਇਤ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹ ਸੱਤ ਸਾਡੇ ਵਿੱਚ ਪ੍ਰਗਟ ਹੁੰਦਾ ਹੈ। ਉਹ ਕੀ ਕਹਿੰਦਾ ਹੈ ਸੱਚ? ਇਸ ਕਰਕੇ ਯਿਸੂ ਹੈਕਲ ਵਿੱਚ ਉਪਦੇਸ਼ ਕਰਦਾ ਇਹ ਉੱਚੀ ਬੋਲਿਆ, ਭਾਈ ਤੁਸੀਂ ਤਾਂ ਮੈਨੂੰ ਮੰਨਦੇ, ਨਾਲੇ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਜਿਨ ਮੈਨੂੰ ਘੱਲਿਆ ਸੋ ਸੱਚਾ ਹੈ, ਜਿਹਨੂੰ ਤੁਸੀਂ ਨਹੀਂ ਜਾਣਦੇ। ਜਿਨ ਮੈਨੂੰ ਘੱਲਿਆ ਉਹ ਸੱਚਾ, ਇਹਦਾ ਮਤਲਬ ਸੱਤ ਹੈ ਔਰ ਯਿਸੂ ਮਸੀਹ ਉਹਦੀ ਗਵਾਹੀ ਦੇ ਰਿਹਾ ਹੈ। ਉਹ ਸ਼ਬਦ ਸੱਚ ਹੈ। ਉਹ ਸੱਚ ਜਿਹੜਾ ਹੈ ਉਹ ਮਸੀਹ ਯਿਸੂ ਦੇ ਵਿੱਚ ਪ੍ਰਗਟ ਹੋਇਆ। ਉਸ ਦੇ ਬਾਰੇ ਅਸੀਂ ਦੇਖਦੇ ਹਾਂ ਪ੍ਰਕਾਸ਼ ਦੀ ਪੋਥੀ 3:7। ਪ੍ਰਕਾਸ਼ ਦੀ ਪੋਥੀ ਉਸ ਦਾ 3:7 ਵਿੱਚ ਲਿਖਿਆ ਹੈ, ਕਹਿੰਦਾ ਹੈ, ਫਿਲਿਪਦੀਸੀਆ ਦੀ ਕਲੀਸਿਆ ਦੇ ਦੂਤ ਨੂੰ ਐਉਂ ਲਿਖ, ਭਾਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਤ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਅਤੇ ਕੋਈ ਬੰਦ ਨਹੀਂ ਕਰ ਸਕਦਾ ਅਤੇ ਬੰਦ ਕਰਦਾ ਕੋਈ ਨਹੀਂ ਖੋਲਦਾ, ਉਹ ਇਹ ਆਖਦਾ ਹੈ ਜਿਹੜਾ ਸੱਤ ਹੈ। ਇਹਦਾ ਮਤਲਬ ਯਿਸੂ ਮਸੀਹ ਸੱਤ ਹੈ ਔਰ ਇਹ ਸੱਤ ਮੇਰੇ ਲਈ, ਇਹ ਸ਼ਬਦ ਜਿਹੜਾ ਸੱਚ ਹੈ, ਮਨੁੱਖੀ ਜੀਵਨ ਨੂੰ ਬਚਾਉਣ ਦੇ ਲਈ, ਮਨੁੱਖੀ ਜੀਵਨ ਨੂੰ ਸੱਤ ਦਾ ਰਸਤਾ ਦਿਖਾਉਣ ਦੇ ਲਈ, ਮਨੁੱਖੀ ਜੀਵਨ ਨੂੰ ਸਵਰਗ ਦੇ ਵਿੱਚ ਲਿਜਾਣ ਦੇ ਲਈ ਪ੍ਰਗਟ ਹੋਇਆ, ਜਿਸ ਦੇ ਬਾਰੇ ਸਵੈ ਪ੍ਰਭੂ ਯਿਸੂ ਮਸੀਹ ਨੇ ਕਿਹਾ, ਰਾਹ,
ਸੱਚਾਈ ਅਤੇ ਜਿਉਣ ਮੈਂ ਹਾਂ, ਬਿਨਾਂ ਮੇਰੇ ਦੁਆਰਾ ਕੋਈ ਪਿਤਾ ਕੋਲ ਨਹੀਂ ਪਹੁੰਚ ਸਕਦਾ। ਇਹ ਸੱਤ ਦਾ ਦੁਆਰ। ਦੂਸਰਾ ਅਸੀਂ ਦੇਖਦੇ ਹਾਂ ਪਵਿੱਤਰ ਆਤਮਾ ਜਿਹੜਾ ਹੈ ਉਹ ਸੱਤ ਹੈ। ਉਸ ਦੇ ਬਾਰੇ ਅਸੀਂ ਪਹਿਲਾ ਯਹੋਨਾ 5:7 ਪੜ੍ਹਦੇ ਹਾਂ। ਪਹਿਲਾ ਯਹੋਨਾ 5:7 ਵਿੱਚ ਇੰਝ ਲਿਖਿਆ ਹੋਇਆ ਹੈ, ਅਤੇ ਆਤਮਾ ਉਹ ਹੈ ਜਿਹੜਾ ਸਾਖੀ ਦਿੰਦਾ ਹੈ, ਕਿਉਂ ਜੋ ਆਤਮਾ ਸੱਚਾਈ ਹੈ। ਇਹਦਾ ਮਤਲਬ ਪਿਤਾ ਸੱਤ ਹੈ, ਯਿਸੂ ਮਸੀਹ ਸੱਤ ਹੈ ਅਤੇ ਪਵਿੱਤਰ ਆਤਮਾ ਸੱਤ ਹੈ। ਇਹ ਸੱਤ ਦਾ ਸ਼ਬਦ ਬਦਲਦਾ ਨਹੀਂ, ਅਸੀਂ ਬਦਲ ਰਹੇ ਹਾਂ। ਇਸ ਯੁੱਗ ਦੇ ਈਸ਼ਵਰ ਬਦਲ ਰਹੇ ਹਾਂ। ਇਸ ਯੁੱਗ ਦੇ ਈਸ਼ਵਰ ਦੀ ਭਾਸ਼ਾ ਬਦਲ ਰਹੀ ਹੈ। ਇਸ ਯੁੱਗ ਦੇ ਵਾਕ ਬਦਲ ਰਹੇ ਹੈ, ਲੇਕਿਨ ਮੇਰਾ ਪ੍ਰਭੂ ਬਦਲਦਾ ਨਹੀਂ। ਬਾਣੀ ਦੇ ਵਿੱਚ ਸਾਫ਼ ਲਿਖਿਆ ਹੈ। ਔਰ ਉਸ ਤੋਂ ਅੱਗੇ ਦੇਖਦੇ ਹਾਂ ਅਸੀਂ ਸੱਤਵਾਂ ਪੁਆਇੰਟ ਹੈ ਕਿਰਪਾਲੂ। ਕਿਰਪਾਲੂ ਜਿਹੜਾ ਹੈ ਸ਼ਬਦ ਰੋਮੀਆਂ ਦੇ ਵਿੱਚ ਪ੍ਰਭੂ ਨੇ ਸਾਫ਼ ਰੀਤੀ ਨਾਲ ਸਾਡੇ ਲਈ ਪ੍ਰਗਟ ਕੀਤਾ ਹੈ। ਰੋਮੀਆਂ ਦੀ ਪੁਸਤਕ ਉਸ ਦਾ 2:4 ਦੇ ਵਿੱਚ ਕਿਰਪਾਲੂ ਸ਼ਬਦ ਸਾਫ਼ ਰੀਤੀ ਨਾਲ ਪ੍ਰਗਟ ਕੀਤਾ ਗਿਆ। 2:4 ਇੱਥੇ ਲਿਖਿਆ ਹੈ, ਕਹਿੰਦਾ ਅਥਵਾ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਪਰਮੇਸ਼ਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ। ਕਿਰਪਾ ਇਹਦਾ ਮਤਲਬ ਹੈ ਕਿਰਪਾ ਜਿਹੜੀ ਹੈ ਉਹ ਪਰਮੇਸ਼ਰ ਦੀ ਸਾਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ, ਜਿਸ ਦੇ ਅਸੀਂ ਯੋਗ ਨਹੀਂ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿਰਪਾ ਦੇ ਬਾਰੇ ਅਫਸੀਆਂ ਦੀ ਪੁਸਤਕ 5:25 ਮੈਂ ਆਪ ਦੇ ਲਈ ਇਹ ਵੀ ਪੜ੍ਹ ਰਿਹਾ ਹਾਂ। ਅਫਸੀਆਂ ਦੀ ਪੁਸਤਕ 5:25 ਇੱਥੇ ਲਿਖਿਆ ਹੈ, ਕਹਿੰਦਾ ਹੈ, ਹੇ ਪਤਿਓ ਆਪਣੀਆਂ ਪਤਨੀਆਂ ਦੇ ਨਾਲ ਪ੍ਰੇਮ ਰੱਖੋ, ਜਿਵੇਂ ਮਸੀਹ ਨੇ ਕਲੀਸਿਆ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਹਦੇ ਲਈ ਦੇ ਦਿੱਤਾ। 5:25 ਇਹਦਾ ਮਤਲਬ ਹੈ ਜਿਹਦੇ ਅਸੀਂ ਲਾਇਕ ਨਹੀਂ ਸੀ, ਪਰਮੇਸ਼ਰ ਨੇ ਸਾਨੂੰ ਦੇ ਦਿੱਤਾ। ਇੱਥੇ ਸਾਫ਼ ਰੀਤੀ ਨਾਲ ਲਿਖਿਆ ਹੈ ਕਿ ਜਿਵੇਂ ਮਸੀਹ ਨੇ ਕਲੀਸਿਆ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਦੇ ਦਿੱਤਾ, ਜਿਹਦੇ ਅਸੀਂ ਲਾਇਕ ਨਹੀਂ ਸੀ ਉਹਦੇ ਲਾਇਕ ਬਣਾ ਦਿੱਤਾ। ਨਹਿਮੀਆ 9:20 ਦੇ ਵਿੱਚ ਅਸੀਂ ਪਰਮੇਸ਼ਰ ਦੇ ਇਸ ਕਿਰਪਾ ਦੇ ਸ਼ਬਦ ਨੂੰ ਦੇਖਦੇ ਹਾਂ। ਨਹਿਮੀਆ ਦੀ ਪੁਸਤਕ ਉਸ ਦਾ 9 ਅਧਿਆਏ 9:20 ਇੱਥੇ ਲਿਖਿਆ ਹੈ, ਅਤੇ ਤੂੰ ਆਪਣੀ ਨੇਕ ਆਤਮਾ ਉਹਨਾਂ ਦੀ ਸਿੱਖਿਆ ਲਈ ਦਿੱਤੀ ਅਤੇ ਆਪਣਾ ਮਨ ਉਹਦੇ ਮੂੰਹ ਤੋਂ ਨਾ ਰੋਕਿਆ ਅਤੇ ਜਲ ਉਹਨਾਂ ਦੀ ਧਿਆ ਲਈ ਦਿੱਤਾ। ਦੇਖੋ, ਜਦੋਂ ਨਹਿਮੀਆ ਇਸਰਾਏਲੀਆਂ ਦੁਆਰਾ ਪਾਪ ਦਾ ਅੰਗੀਕਾਰ ਕਰਦਾ ਹੈ, ਉਹ ਪਰਮੇਸ਼ਰ ਦੇ ਭਵਨ ਦੇ ਲਾਇਕ ਨਹੀਂ ਸੀ, ਪਰਮੇਸ਼ਰ ਦੇ ਭਵਨ ਦੇ ਯੋਗ ਨਹੀਂ ਸੀ। ਇੱਥੇ ਮੁੜ ਮੰਦਰ ਖੜਾ ਕੀਤਾ ਗਿਆ ਔਰ ਉਸ ਦੇ ਵਿੱਚ ਪਾਪ ਦਾ ਅੰਗੀਕਾਰ ਕਰਕੇ ਪਰਮੇਸ਼ਰ ਦੀ ਕਿਰਪਾ ਨੂੰ ਪਾ ਕੇ ਪਰਮੇਸ਼ਰ ਦੇ ਘਰ ਦੇ ਜਾਣ ਦੇ ਯੋਗ ਹੋਏ। ਜਿਵੇਂ ਮੈਂ ਅੱਜ ਪ੍ਰਭੂ ਯਿਸੂ ਮਸੀਹ ਤੋਂ ਪਾਪ ਬਖਸ਼ਾਉਣ ਦੇ ਨਾਲ ਪਰਮੇਸ਼ਰ ਦੇ ਘਰ, ਪਰਮੇਸ਼ਰ ਦੀ ਸੰਤਾਨ ਬਣਨ ਦੇ ਯੋਗ ਬਣ ਸਕਿਆ। ਕਿਰਪਾ, ਇਹ ਕਿਰਪਾ ਸ਼ਬਦ ਜਿਹੜਾ ਹੈ, ਕਿਰਪਾ ਸ਼ਬਦ, ਕਿਰਪਾਲੂ ਸ਼ਬਦ ਸਿਰਫ ਪਰਮੇਸ਼ਰ ਪੁੱਤਰ ਅਤੇ ਪਵਿੱਤਰ ਆਤਮਾ ਦੇ ਵਿੱਚ ਆਉਂਦਾ ਹੈ। 8ਵਾਂ ਜਿਹੜਾ ਗੁਣ ਹੈ ਉਹ ਹੈ ਸਹਿਭਾਗੀਤਾ। ਸਹਿਭਾਗੀਤਾ ਦਾ ਮਤਲਬ ਸੰਗਤੀ। ਇਹਦਾ ਮਤਲਬ ਹੈ ਜਿਹੜਾ ਪਰਮੇਸ਼ਰ ਦਾ ਸ਼ਬਦ ਹੈ ਉਹ ਸੰਗਤ ਰੱਖਣ ਵਾਲਾ ਸ਼ਬਦ ਹੈ। ਪਹਿਲਾ ਯਹੋਨਾ 1:3 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਪਹਿਲਾ ਯਹੋਨਾ 1:3 ਦੇ ਵਿੱਚ ਲਿਖਿਆ ਹੈ, ਕਹਿੰਦਾ ਹੈ, ਹਾਂ ਜਿਹਨੂੰ ਅਸਾਂ ਵੇਖਿਆ ਅਤੇ ਸੁਣਿਆ ਹੈ ਉਹਦਾ ਸਮਾਚਾਰ ਤੁਹਾਨੂੰ ਸੁਣਾਉਂਦੇ ਹਾਂ, ਭਾਈ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਅਤੇ ਸਾਡੀ ਜਿਹੜੀ ਸੰਗਤ ਹੈ ਉਹ ਪਿਤਾ ਦੇ ਨਾਲ ਅਤੇ ਉਹਦੇ ਪੁੱਤਰ
ਮਸੀਹ ਦੇ ਨਾਲ ਹੈ। ਇਹਦਾ ਮਤਲਬ ਪਿਤਾ ਦੇ ਨਾਲ ਸੰਗਤ, ਫਿਰ ਮਸੀਹ ਦੇ ਨਾਲ ਸੰਗਤ। ਔਰ ਤੀਸਰਾ ਅਸੀਂ ਪੜ੍ਹਦੇ ਹਾਂ ਦੂਸਰਾ ਕਰੰਥੀਆਂ 13:14 ਵਿੱਚ, ਜੋ ਪਰਮੇਸ਼ਵਰ ਦੀ ਸੰਗਤ ਨੂੰ ਸਾਡੇ ਵਿੱਚ ਪ੍ਰਗਟ ਕਰਦਾ ਹੈ। ਦੂਸਰਾ ਕਰੰਥੀਆਂ 13:14 ਵਿੱਚ ਲਿਖਿਆ ਹੈ, ਆਖਰੀ ਚੈਪਟਰ ਹੈ ਕਰੰਥੀਆਂ ਦਾ, ਮੈਂ ਆਪ ਦੇ ਲਈ ਪੜ੍ਹ ਰਿਹਾ। ਇੱਥੇ ਕਹਿੰਦਾ ਹੈ, ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ਵਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਸਾਂ ਸਭਨਾਂ ਦੇ ਨਾਲ ਹੋਵੇ। ਇਹਦਾ ਮਤਲਬ ਹੈ ਕਿ ਜੋ ਸ਼ਬਦ ਹੈ, ਉਹ ਸ਼ਬਦ ਦੇ ਇੱਥੇ ਮੈਂ 8 ਗੁਣ ਆਪਣਾ ਦੇਖੇ ਹੈ, ਔਰ 8 ਤੋਂ ਹੋਰ ਵੀ ਗੁਣ ਹੈ। ਉਹ ਵੀ ਅਸੀਂ ਕਿਤੇ ਜਦੋਂ ਪਰਮੇਸ਼ਵਰ ਤਬ ਦੇ ਗੁਣਾਂ ਦੇ ਉੱਤੇ ਜਾਵਾਂਗੇ ਤਾਂ ਅਸੀਂ ਉਸ ਨੂੰ ਵੇਖਾਂਗੇ। ਪਰ ਇੱਥੇ ਮੈਂ ਦੇਖਿਆ ਸ਼ਬਦ ਦੇ ਜਿਹੜੇ 8 ਗੁਣ ਹੈ ਉਹ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਵਿੱਚ ਹੈ। ਇਹਦਾ ਮਤਲਬ ਇਹ ਤਿੰਨੇ ਗੁਣ ਜਿਹੜੇ ਹੈ ਪਰਮੇਸ਼ਵਰ ਦੀ ਪਵਿੱਤਰਤਾ ਦੇ ਗੁਣਾਂ ਦੇ ਨਾਲ ਸੁਸੱਜਿਤ ਸਾਨੂੰ ਨਜ਼ਰ ਆਉਂਦੇ ਆ। ਔਰ ਇਸ ਦੇ ਨਾਲ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਹਾਂ, ਜੋ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਹੈ, ਉਸ ਦਾ ਨਾਮ ਅਦਭੁਤ ਅਤੇ ਪਵਿੱਤਰਤਾ ਦੇ ਨਾਲ ਭਰਿਆ ਹੋਇਆ ਅਜਿਹਾ ਨੇਮ ਹੈ ਜਿਸ ਨੂੰ ਮੈਂ ਅਤੇ ਤੁਸੀਂ ਕਦੇ ਬਦਲ ਨਹੀਂ ਸਕਦੇ। ਬਾਈਬਲ ਇਸ ਦਾ ਪ੍ਰਮਾਣ ਦਿੰਦੀ ਹੈ। ਕਿਸੇ ਦਾ ਨਾਮ ਕਿਸ ਤਰ੍ਹਾਂ ਅਸੀਂ ਨਹੀਂ ਜਾਣਦੇ, ਲੇਕਿਨ ਮੇਰੇ ਪਰਮੇਸ਼ਵਰ ਦਾ ਜੋ ਸ਼ਬਦ ਦਾ ਨਾਮ ਹੈ ਉਹ ਬੜਾ ਅਦਭੁਤ ਹੈ। ਮੈਂ ਉਹ ਆਪ ਨੂੰ ਦੱਸਣ ਜਾ ਰਿਹਾ। ਤੁਸੀਂ ਇਸ ਨੂੰ ਵੇਖ ਵੀ ਸਕਦੇ ਹੋ, ਨੋਟ ਵੀ ਕਰ ਸਕਦੇ ਹੋ ਆਪਣੇ ਡਾਇਰੀਆਂ ਦੇ ਵਿੱਚ। ਇਲੋਹਿਮ ਸ਼ਬਦ ਜਿਹੜਾ ਹੈ ਪਰਮੇਸ਼ਵਰ ਦੇ ਲਈ, ਉਸ ਦੀ ਸਮਰੱਥਾ ਦੇ ਲਈ, ਜੋ ਸ੍ਰਿਸ਼ਟੀ ਕਰਤਾ ਹੈ ਉਸ ਦੇ ਲਈ ਪ੍ਰਗਟ ਕੀਤਾ ਗਿਆ ਹੈ ਉਤਪਤ 2:4 ਦੇ ਵਿੱਚ। ਉਹ ਜੋ ਸਮਰਥੀ ਹੈ, ਪ੍ਰਭੂ ਜੋ ਸ੍ਰਿਸ਼ਟੀ ਕਰਤਾ ਹੈ, ਇਲੋਹਿਮ ਸ਼ਬਦ ਉਹਦੇ ਲਈ ਯੂਜ਼ ਕੀਤਾ ਗਿਆ ਹੈ। ਫਿਰ ਦੂਸਰਾ ਸ਼ਬਦ ਯੂਜ਼ ਕੀਤਾ ਗਿਆ ਹੈ ਐਲ ਐਲਿਓਨ। ਇਹ ਹਿਬਰੂ ਸ਼ਬਦ ਹੈ। ਇਹ ਸ਼ਬਦ ਇਬਰਾਨੀ ਸ਼ਬਦ ਜਿਹੜੇ ਇਸਤੇਮਾਲ ਕੀਤੇ ਗਏ ਸੀ ਤੌਰਾ ਦੇ ਵਿੱਚ, ਉਹ ਸ਼ਬਦ ਪਰਮੇਸ਼ਵਰ ਦੇ ਲਈ ਇਸਰਾਈਲੀ ਲੋਕ ਇਸ ਤਰ੍ਹਾਂ ਯੂਜ਼ ਕਰਦੇ ਸੀ। ਉਹਨਾਂ ਦਾ ਪ੍ਰਗਟੀਕਰਨ ਮੈਂ ਆਪ ਦੇ ਅੱਗੇ ਕਰ ਰਿਹਾ। ਐਲਿਓਨ ਜਿਹੜਾ ਸ਼ਬਦ ਹੈ ਉਤਪਤੀ 14:22 ਦੇ ਵਿੱਚ ਪ੍ਰਗਟ ਕੀਤਾ ਗਿਆ, ਜਿਸ ਦਾ ਅਰਥ ਹੈ ਸਰਵੋੱਚ ਪਰਮੇਸ਼ਵਰ, ਜੋ ਪ੍ਰਭੂ ਸਭ ਦਾ ਮਾਲਕ ਹੈ। ਐਲਿਓਨ ਸ਼ਬਦ ਦਾ ਅਰਥ। ਔਰ ਉਸ ਤੋਂ ਬਾਅਦ ਹੈ ਐਡੋਨਾਏ। ਐਡੋਨਾਏ ਦਾ ਮਤਲਬ ਹੈ, ਜੋ ਉਤਪਤ 15:1 ਦੇ ਵਿੱਚ ਯੂਜ਼ ਕੀਤਾ ਗਿਆ ਹੈ, ਉਹਦਾ ਮਤਲਬ ਹੈ ਉਹ ਜੋ ਰਾਜ ਕਰਦਾ ਹੈ। ਉਹ ਸਾਰੇ ਬ੍ਰਹਮੰਡ ਦੇ ਉੱਤੇ ਉਹਦਾ ਰਾਜ ਹੈ, ਮਨੁੱਖਾਂ ਦੇ ਉੱਤੇ ਨਹੀਂ, ਸਾਰੇ ਬ੍ਰਹਮੰਡ ਦੇ ਉੱਤੇ ਉਸ ਦਾ ਰਾਜ ਹੈ। ਜੇ ਮੈਂ ਯਾਦ ਕਰਾਂ, ਜਦੋਂ ਪ੍ਰਭੂ ਨੇ ਜਦੋਂ ਬੇੜੀ ਦੇ ਵਿੱਚ ਸੁੱਤਾ ਪਿਆ ਸੀ, ਤੂਫਾਨ ਅਤੇ ਮੀਂਹ ਅਤੇ ਆਇਆ, ਉਹਨਾਂ ਨੂੰ ਡੁੱਬਣ ਲੱਗਾ, ਤਦ ਉਹਨਾਂ ਨੇ ਕਿਹਾ ਪ੍ਰਭੂ ਸਾਨੂੰ ਬਚਾ। ਤਦ ਉਸਨੇ ਕਿਹਾ ਸ਼ਾਂਤ ਹੋ ਜਾ, ਉਹ ਸ਼ਾਂਤ ਹੋ ਗਿਆ। ਤਦ ਜਿਹੜੇ ਉੱਥੇ ਚੇਲੇ ਬੈਠੇ ਸੀ ਉਹਨਾਂ ਨੇ ਕਿਹਾ ਕਿਹੋ ਜਿਹਾ ਅਦਭੁਤ ਪਰਮੇਸ਼ਵਰ, ਮਨੁੱਖ ਜਿਸ ਦਾ ਪ੍ਰਾਕਿਰਤਿਕ ਵੀ ਹੁਕਮ ਮੰਨਦਾ ਹੈ, ਕੁਦਰਤ ਵੀ ਜਿਹਦਾ ਹੁਕਮ ਮੰਨਦੀ ਹੈ। ਇਹਦਾ ਮਤਲਬ ਉਹ ਸਭ ਦੇ ਉੱਤੇ ਰਾਜ ਕਰਦਾ ਹੈ। ਜਿਹੜਾ ਸਭ ਦੇ ਉੱਤੇ ਰਾਜ ਕਰਦਾ ਹੈ ਉਹ ਸਾਡਾ ਸਵਾਮੀ ਹੈ, ਐਡੋਨਾਏ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਐਲਿਓਮ। ਐਲਿਓਮ ਨਾਮ ਜਿਹੜਾ ਹੈ ਉਤਪਤ 21:33 ਵਿੱਚ ਇਸਤੇਮਾਲ ਕੀਤਾ ਗਿਆ, ਜਿਸ ਦਾ ਮਤਲਬ ਹੈ ਰਹੱਸਮਈ। ਇਹ ਬੜਾ ਰਹੱਸਮਈ ਹੈ ਜੀ, ਇਹ ਸਮਝ ਨਹੀਂ ਆ ਰਿਹਾ ਹੈ। ਉਹਨੂੰ ਕਹਿੰਦਾ ਪ੍ਰਭੂ ਜੋ ਪ੍ਰਗਟ ਕਰਦਾ ਹੈ। ਸੂਰਜ ਆਪਣੇ ਆਪ ਚੜ੍ਹਦਾ ਹੈ, ਸਾਨੂੰ ਪਤਾ ਨਹੀਂ ਲੱਗਦਾ ਹੈ। ਟੀਵੀ ਅਸੀਂ ਔਨ ਕਰਦੇ ਹਾਂ, ਸਾਈਕਲ ਅਸੀਂ ਚਲਾਉਂਦੇ ਹਾਂ, ਇਹ ਸਾਨੂੰ ਪਤਾ ਹੈ। ਲੇਕਿਨ ਪਰਮੇਸ਼ਵਰ ਦੀ ਜੋ ਕੁਦਰਤ ਗੱਲ ਹੈ ਬੜੀ ਰਹੱਸਮਈ ਹੈ। ਔਰ ਜਿਹਦੇ ਬਾਰੇ
ਵਿਵਸਥਾ ਸਾਰ 29 ਦਾ 29 ਦੇ ਵਿੱਚ ਲਿਖਿਆ ਹੈ, ਗੁਪਤ ਗੱਲਾਂ ਤਾਂ ਪਰਮੇਸ਼ਵਰ ਦੀਆਂ ਹੈ, ਜਿਹੜੀਆਂ ਪ੍ਰਗਟ ਕੀਤੀਆਂ ਗਈਆਂ ਸਾਡੇ ਲਈ ਉਹ ਲਾਭ ਦੀਆਂ। ਇਹਦਾ ਮਤਲਬ ਉਹ ਰਹੱਸਮਈ ਪਰਮੇਸ਼ਵਰ ਹੈ। ਉਸ ਨੂੰ ਅਸੀਂ ਆਪਣੀ ਬੁੱਧੀ, ਆਪਣੇ ਸਮਝ, ਆਪਣੇ ਗਿਆਨ ਦੇ ਨਾਲ ਨਹੀਂ ਜਾਣ ਸਕਦੇ। ਇਹਨੂੰ ਉਹ ਵਿਅਕਤੀ ਜਾਣ ਸਕਦਾ ਹੈ ਜਿਹਨੇ ਤੌਬਾ ਕੀਤੀ ਹੈ, ਜਿਹਨੇ ਆਪਣੇ ਆਪ ਨੂੰ ਮੰਨ ਲਿਆ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ ਹੈ। ਜਦੋਂ ਇਹ ਗੱਲ ਮੰਨ ਲੈਂਦਾ, ਉਸ ਤੋਂ ਬਾਅਦ ਪ੍ਰਾਰਥਨਾ ਕਰਦਾ ਹੈ, ਪ੍ਰਭੂ ਮੈਨੂੰ ਆਪਣਾ ਭੇਤ ਦੇ। ਤਦ ਉਹ ਸ਼ਬਦ ਦਾ ਇਹ ਭੇਤ ਉਹਦੇ ਤੇ ਪ੍ਰਗਟ ਹੁੰਦਾ ਹੈ। ਉਹ ਸਮਝ ਜਾਂਦਾ ਹੈ ਇਹ ਸ਼ਬਦ ਕੀ ਹੈ। ਇਹ ਅਨਹਦ ਸ਼ਬਦ ਬਜਾ ਬਣਿਆ। ਇਹ ਅੰਦਰ ਹਉਮੈ ਦੇ ਵਿੱਚ ਵੱਜਦਾ ਹੈ। ਜਦੋਂ ਹਉਮੈ ਦੇ ਵਿੱਚ ਵੱਜਦਾ ਹੈ ਤਾਂ ਇਹ 10ਵਾਂ ਦੁਆਰ ਜਿਹਨੂੰ ਕਹਿੰਦੇ ਆ ਪਰਮੇਸ਼ਰ ਦੀ ਬੁੱਧ ਦਾ ਸਾਡੇ ਵਿੱਚ ਖੁੱਲਦਾ ਹੈ। ਉਹ ਸ਼ਬਦ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੁਜੱਸਮ ਹੋ ਕੇ ਮੇਰੇ ਜੀਵਨ ਦੇ ਵਿੱਚ ਆਉਂਦਾ ਹੈ, ਜਿਹੜਾ ਮੇਰੇ ਲਈ ਰਾਸਤਾ ਸਰਗ ਤੱਕ ਬਣਦਾ ਹੈ, ਜਿੱਥੇ ਮੈਂ ਪਰਮੇਸ਼ਵਰ ਦੇ ਨਾਲ ਸਦਾ ਸਦਾ ਦੇ ਨਾਲ ਰਹਿਣਾ ਹੈ, ਪਰਮੇਸ਼ਵਰ ਦੇ ਸ਼ਬਦ ਨਾਲ। ਇਹ ਮਨੁੱਖਾਂ ਦੇ ਦਿੱਤੇ ਹੋਏ ਸ਼ਬਦ ਨਹੀਂ ਹੈ, ਇਹ ਪਰਮੇਸ਼ਵਰ ਦਾ ਦਿੱਤਾ ਹੋਇਆ ਸ਼ਬਦ ਉਹਦੇ ਲਈ ਜਿਹਦੇ ਉੱਤੇ ਕਿਰਪਾ ਹੋਈ ਆ, ਉਹਦੇ ਤੇ ਪ੍ਰਗਟ ਹੁੰਦਾ। ਅਸੀਂ ਕਥਾ ਕਹਾਣੀਆਂ ਦੇ ਨਾਲ ਸ਼ਬਦ ਨੂੰ ਅੱਗੇ ਨਹੀਂ ਲੈ ਕੇ ਆ ਸਕਦੇ ਹਾਂ। ਜਿਵੇਂ ਕਈ ਲੋਕ ਕਹਿੰਦੇ ਆ 1 ਸ਼ਬਦ ਹੈ, 2 ਸ਼ਬਦ ਹੈ, 3 ਸ਼ਬਦ ਹੈ, 4 ਸ਼ਬਦ ਹੈ, 5 ਸ਼ਬਦ ਹੈ। ਸ਼ਬਦ ਬੇਅੰਤ ਹੈ, ਉਸ ਨੂੰ ਕੋਈ ਉਸ ਦੀ ਕਿਰਪਾ ਤੋਂ ਬਗੈਰ ਸਮਝ ਨਹੀਂ ਸਕਦਾ ਹੈ, ਜਾਣ ਨਹੀਂ ਸਕਦਾ ਹੈ। ਬਾਈਬਲ ਦੱਸਦੀ ਹੈ, ਪਰਮੇਸ਼ਵਰ ਕਹਿੰਦਾ ਜੇ ਮੈਂ ਤੁਹਾਡੀਆਂ ਬੁੱਧ ਦੀਆਂ ਗ੍ਰੰਥੀਆਂ ਨਾ ਖੋਲਾਂ ਤਾਂ ਤੁਸੀਂ ਮੈਨੂੰ ਕਦੇ ਸਮਝ ਕਦੇ ਜਾਣ ਨਹੀਂ ਸਕਦੇ ਮੈਂ ਕਿੱਦਾਂ ਹੈ। ਇਹਦਾ ਮਤਲਬ ਐਲਿਓਮ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਯਿਰੇ, ਯਹੋਵਾ ਯਿਰੇ। ਇਹ ਸ਼ਬਦ ਉਤਪਤ 22 ਦਾ 14 ਦੇ ਵਿੱਚ ਲਿਖਿਆ ਹੈ। ਇਹਦਾ ਮਤਲਬ ਕੀ ਹੈ? ਯਹੋਵਾ ਯਿਰੇ, ਜੋ ਸਾਡੇ ਲਈ ਉਪਾਅ ਕਰਦਾ, ਭਾਵ ਸਾਨੂੰ ਛੁਡਾਉਂਦਾ ਹੈ, ਅਤੇ ਪ੍ਰਭੂ ਜੋ ਦਿੰਦਾ ਹੈ, ਉਸ ਦਾ ਅਰਥ ਯਹੋਵਾ ਯਿਰੇ, ਜਿਹੜਾ ਮੇਰੇ ਲਈ ਉਪਾਅ ਕਰਦਾ ਹੈ। ਇਹਦਾ ਮਤਲਬ ਜਿਹੜਾ ਮੈਨੂੰ ਛੁਡਾਉਂਦਾ, ਕਿਉਂਕਿ ਅਬਰਾਹਮ ਦੇ ਪੁੱਤਰ ਪਰਮੇਸ਼ਰ ਨੇ ਉਹਨੂੰ ਕਿਹਾ ਸੀ ਤੂੰ ਮੇਰੇ ਲਈ ਆਪਣਾ ਪੁੱਤਰ ਦੇ ਦੇ, ਔਰ ਅਬਰਾਹਮ ਨੇ ਦਿੱਤਾ ਹੈ, ਪਰ ਪਰਮੇਸ਼ਰ ਨੇ ਉਹਨੂੰ ਛੁਡਾਇਆ ਵੀ ਹੈ, ਛੁਡਾਉਂਦਾ, ਔਰ ਪਰਮੇਸ਼ਰ ਨੇ ਉਹਦੇ ਲਈ ਮੇਮਨਾ ਦਿੱਤਾ ਵੀ ਹੈ। ਅਦਭੁਤ ਗੱਲ ਹੈ ਨਾ। ਸ਼ਬਦ ਦੇ ਵਿੱਚ ਦੇਖੋ ਕਿੰਨੀ ਚੀਜ਼ ਨਿਕਲ ਰਹੀ ਹੈ। ਜੇ ਅਸੀਂ ਵਿਸ਼ਵਾਸੀ ਤਾਂ ਅਸੀਂ ਸਮਝ ਸਕਾਂਗੇ ਕਿ ਦੇਖੋ ਉਸ ਪਰਮੇਸ਼ਰ ਨੇ ਮੈਨੂੰ ਛੁਡਾਇਆ ਵੀ ਮੌਤ ਤੋਂ, ਤੇ ਮੇਰੀ ਸ਼ਾਂਤੀ ਉਸਨੇ ਮੇਮਨਾ ਵੀ ਉੱਥੇ ਇੰਤਜ਼ਾਮ ਕੀਤਾ। ਅਦਭੁਤ ਪਰਮੇਸ਼ਰ ਹੈ ਨਾ। ਉਹ ਯਹੋਵਾ ਯਿਰੇ ਹੈ, ਉਹ ਮੇਰੇ ਅਤੇ ਆਪ ਦੇ ਲਈ ਇੰਤਜ਼ਾਮ ਕਰਦਾ ਹੈ। ਇੰਤਜ਼ਾਮ ਕਰਨ ਵਾਲਾ ਪਰਮੇਸ਼ਵਰ, ਇੰਤਜ਼ਾਮ ਕਰਨ ਵਾਲਾ ਸ਼ਬਦ। ਇਹ ਮਨੁੱਖ ਦੀ ਰਚਨਾ ਨਹੀਂ ਹੈ ਭਾਈ। ਇਹਨੂੰ ਮਨੁੱਖਾਂ ਦੇ ਨਾਲ ਪਰਿਵਰਤਿਤ ਨਾ ਕਰੋ। ਇਹਨਾਂ ਨੂੰ ਮਨੁੱਖਾਂ ਦੇ ਉਸ ਗੰਦੇ ਨਾਮ ਦੇ ਨਾਲ ਕਨਵਰਟਡ ਨਾ ਕਰੋ। ਉਹ ਮਨੁੱਖ ਜਿਹੜੇ ਵਾਸਨਾ ਦੇ ਭੁੱਖੇ ਹੈ, ਉਹ ਮਨੁੱਖ ਜੋ ਸੰਸਾਰ ਦੀ ਗੰਦੀ ਅਭਿਲਾਸ਼ਾ ਦੇ ਵਿੱਚ ਪੈਦਾ ਹੋਏ ਹੈ। ਦਾਊਦ ਆਪਣੇ ਵਿਖੇ ਨੂੰ ਕਹਿੰਦਾ ਹੈ, ਮੈਂ ਤਾਂ ਮਾਂ ਦੀ ਕੁੱਖੋਂ ਪਾਪੀ ਪੈਦਾ ਹੋਇਆ, ਪਾਪ ਦੇ ਨਾਲ ਮੇਰੀ ਮਾਂ ਨੇ ਮੈਨੂੰ ਜੰਮਿਆ। ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜਿਹਨੇ ਮੇਰੇ ਪਾਪ ਤੋਂ ਬਚਣ ਦੇ ਲਈ ਆਪਣੇ ਪਿਆਰੇ ਪੁੱਤਰ ਦਾ ਸਰਫਾਨਾ ਕੀਤਾ, ਉਸ ਦਾ ਇੰਤਜ਼ਾਮ ਕੀਤਾ। ਮੈਂ ਉਸ ਸ਼ਬਦ ਦਾ ਧੰਨਵਾਦ ਕਰਦਾ। ਮੈਂ ਉਸ ਸ਼ਬਦ ਦੀ ਰਚਨਾ ਦਾ ਧੰਨਵਾਦ ਕਰਦਾ ਜੋ ਮੇਰੇ ਲਈ ਉਤਪਤ ਕੀਤਾ ਗਿਆ। ਉਸ ਤੋਂ ਅੱਗੇ ਅਸੀਂ ਉਸ ਸ਼ਬਦ ਦਾ ਨਾਮ ਦੇਖਦੇ ਹਾਂ, ਯਹੋਵਾ ਰਾਫੀ। ਰਾਫੀ ਦਾ ਮਤਲਬ, ਰਫਾਈ ਦਾ ਮਤਲਬ, ਰਾਫਾ ਦਾ ਮਤਲਬ ਕੀ ਹੈ? ਨਿਰਗਮਨ ਕੂਚ ਦੀ ਪੁਸਤਕ
15 ਦਾ 26 ਦੇ ਵਿੱਚ ਲਿਖਿਆ ਹੈ। ਉਹਦਾ ਮਤਲਬ ਹੈ ਯਹੋਵਾ ਚੰਗਾ ਕਰਦਾ ਹੈ। ਪਰਮੇਸ਼ਵਰ ਨੇ ਚੰਗਾ ਕੀਤਾ। ਪ੍ਰਭੂ ਜੋ ਚੰਗਾ ਕਰਦਾ ਹੈ। ਬਹੁਤ ਸਾਰੇ ਨਾਮ ਹੈ, ਇਹ ਬਹੁਤ ਸਾਰੇ ਸ਼ਬਦ ਹੈ। ਜੇ ਇਹਨਾਂ ਦੇ ਬਾਰੇ ਮੈਂ ਆਪ ਦੇ ਨਾਲ ਵਾਰਤਾਲਾਪ ਕਰਨ ਲੱਗਾ ਤਾਂ ਮੈਨੂੰ ਲੱਗਦਾ ਹੈ ਕਿ 1 ਮਹੀਨਾ ਵੀ ਮੇਰੇ ਲਈ ਥੋੜਾ ਪੈ ਜਾਣਾ ਹੈ, ਜ਼ਿੰਦਗੀ ਵੀ ਥੋੜੀ ਪੈ ਜਾਣੀ ਹੈ। ਪਰਮੇਸ਼ਵਰ ਦੇ ਸ਼ਬਦ ਦੇ ਇੰਨੇ ਨਾਮ ਦੇ ਅਰਥ ਹਨ, ਪਰ ਇਹ ਮੈਂ ਕੁਝ ਨਾਮ ਆਪ ਨੂੰ ਦੱਸੇ ਆ। ਮੈਂ ਇੱਕ ਨਾਮ ਹੋਰ ਆਪ ਨੂੰ ਦੱਸਦਾ ਹਾਂ ਜਿਸ ਦਾ ਮਤਲਬ ਹੈ ਸ਼ਾਲੋਮ। ਯਹੋਵਾ ਸ਼ਾਲੋਮ। ਸ਼ਾਲੋਮ ਜਿਹੜਾ ਸ਼ਬਦ ਹੈ ਇਹ ਨਿਆਂਇਆਂ ਦੀ ਪੁਸਤਕ 6:24 ਦੇ ਵਿੱਚ ਇਸਤੇਮਾਲ ਕੀਤਾ ਗਿਆ, ਜਿਹਦਾ ਮਤਲਬ ਹੈ ਯਹੋਵਾ ਸ਼ਾਂਤੀ ਦਿੰਦਾ ਹੈ। ਯਹੋਵਾ ਸ਼ਾਂਤੀ ਦਿੰਦਾ ਹੈ। ਪ੍ਰਭੂ ਮੇਰਾ ਝੰਡਾ ਹੈ। ਇਹਦਾ ਮਤਲਬ ਜਿਹੜਾ ਪਰਮੇਸ਼ਰ ਮੇਰੇ ਲਈ ਸ਼ਾਂਤੀ ਦਿੰਦਾ ਹੈ, ਜਿਹੜਾ ਸ਼ਬਦ ਮੇਰੇ ਲਈ ਸ਼ਾਂਤੀ ਲੈ ਕੇ ਆਇਆ ਹੈ, ਜਿਹੜਾ ਪਰਮੇਸ਼ਰ ਮੈਨੂੰ ਮੁਫਤ ਵਿੱਚ ਸ਼ਾਂਤੀ ਦਿੰਦਾ ਹੈ ਆਪਣੇ ਉਤਪਤ ਕੀਤੇ ਹੋਏ ਸ਼ਬਦ ਦੇ ਰਾਹੀਂ, ਉਹ ਧੰਨਵਾਦ ਮਹਿਮਾ ਵਡਿਆਈ ਦੇ ਯੋਗ ਹੈ। ਯਹੋਨਾ ਇਸੇ ਸ਼ਬਦ ਦੀ ਤਾਂ ਰਚਨਾ ਦੀ ਗੱਲ ਕਰ ਰਿਹਾ ਹੈ। ਜਦੋਂ ਮੈਂ ਯਹੋਨਾ 1:1-3 ਪੜ੍ਹਦਾ, ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਸੰਗ ਸੀ। ਉਸ ਦੇ ਬਾਰੇ, ਸ਼ਬਦ ਦੇ ਬਾਰੇ ਪਰਮੇਸ਼ਵਰ ਕੀ ਕਹਿ ਰਿਹਾ ਹੈ ਇਸ ਜਗ੍ਹਾ ਦੇ ਉੱਤੇ? ਕਹਿੰਦਾ ਹੈ ਯਹੋਨਾ ਜਦੋਂ ਇਸ ਅੰਜੀਲ ਦੇ ਬਾਰੇ ਬੋਲਣਾ ਆਰੰਭ ਕਰਦਾ ਹੈ, ਪਰ ਉਹ ਪਹਿਲਾਂ ਇਹ ਵਿਆਖਿਆ ਨਹੀਂ ਕਰਦਾ ਕਿ ਸ਼ਬਦ ਕੌਣ ਹੈ ਜਾਂ ਸ਼ਬਦ ਕੀ ਹੈ। ਇੱਕ ਸ਼ਬਦ ਇੱਕ ਤਾਜ਼ਾ ਭਾਸ਼ਾ ਦੀ ਇਕਾਈ ਹੈ, ਪਰ ਯਹੋਨਾ ਭਾਸ਼ਣ ਦੇ ਬਾਰੇ ਨਹੀਂ ਲਿਖ ਰਿਹਾ ਹੈ, ਪਰ ਇਸ ਦੀ ਬਜਾਏ ਇੱਕ ਵਿਅਕਤੀ ਦੇ ਬਾਰੇ ਵਿੱਚ, ਵਿਅਕਤੀ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਪੁੱਤਰ ਹੈ, ਉਸ ਦੇ ਬਾਰੇ ਗੱਲ ਕਰ ਰਿਹਾ ਹੈ। ਇਸ ਕਰਕੇ ਤਾਂ ਮੈਂ ਪਹਿਲਾਂ ਆਪ ਨੂੰ ਦੱਸਿਆ, ਜਦੋਂ ਯਹੋਨਾ ਨੇ ਲਿਖਣਾ ਸ਼ੁਰੂ ਕੀਤਾ ਸੀ ਪ੍ਰਭੂ ਯਿਸੂ ਮਸੀਹ ਦੇ ਉਸ ਸ਼ਬਦ ਦੇ ਬਾਰੇ, ਤਾਂ ਬਹੁਤ ਸਾਰੇ ਦਾਰਸ਼ਨਿਕ, ਬਹੁਤ ਸਾਰੇ ਸਕੋਲਰ, ਬਹੁਤ ਸਾਰੇ ਸਾਇੰਟਿਸਟ ਇਸ ਗੱਲ ਦੇ ਵਿੱਚ ਕਹਿਣ ਲੱਗੇ ਜਦੋਂ ਯਹੋਨਾ ਨੇ ਸ਼ੁਰੂ ਕੀਤਾ ਸੀ। ਔਰ ਜਦੋਂ ਸਤੋਇਕੀ ਯਹੋਨਾ ਦੇ ਸਮੇਂ ਦਾ ਇੱਕ ਯੂਨਾਨੀ ਦਾਰਸ਼ਨਿਕ ਸੀ, ਉਹਨੇ ਕਿਹਾ ਇਹ ਤਾਂ ਪਾਗਲ ਹੋ ਗਿਆ ਹੈ, ਕਿਉਂਕਿ ਯੂਨਾਨ ਭਾਸ਼ਾ ਵਰਲਡ ਦੇ ਵਿੱਚ ਫੈਲ ਚੁੱਕੀ ਸੀ। ਸਿਕੰਦਰ ਮਹਾਨ ਦੇ ਸਮੇਂ ਦੀ ਗੱਲ, ਜਿਹਨੇ 1/3 ਦੁਨੀਆ ਨੂੰ ਜਿੱਤਿਆ ਸੀ, ਉਸਨੇ ਜਗ੍ਹਾ ਜਗ੍ਹਾ ਰਾਜ ਮਾਰਗ ਬਣਾਏ ਅਤੇ ਜਗ੍ਹਾ ਜਗ੍ਹਾ ਇਸ ਭਾਸ਼ਾ ਨੂੰ ਉਦੈ ਕੀਤਾ, ਫੈਲਾਇਆ। ਗ੍ਰੀਕ ਉਸ ਸਮੇਂ ਦੇ ਵਿੱਚ ਜਦੋਂ ਯਹੋਨਾ ਇਹ ਲਿਖ ਰਿਹਾ ਹੈ, ਤਾਂ ਬਹੁਤ ਸਾਰੇ ਲੋਕ, ਜਦੋਂ ਉਹਨੇ ਕਿਹਾ ਯਿਸੂ ਮਸੀਹ ਸ਼ਬਦ ਹੈ, ਤਾਂ ਉਹ ਕਹਿੰਦੇ ਕਿਤੇ ਪਾਗਲ ਤਾਂ ਨਹੀਂ ਹੋ ਗਿਆ, ਉਹ ਕਿਤਾ ਮਨੁੱਖ ਕਿਤਾ ਸ਼ਬਦ ਹੋ ਸਕਦਾ ਹੈ। ਪਰ ਪਰਮੇਸ਼ਵਰ ਉਹ ਹੈ, ਪਰਮੇਸ਼ਵਰ ਉਹ ਹੈ ਜੋ ਚਾਹੇ ਸੋ ਕਰ ਸਕਦਾ ਹੈ। ਪ੍ਰਭੂ ਯਿਸੂ ਮਸੀਹ ਨੂੰ ਇਸ ਦੁਨੀਆ ਦੇ ਵਿੱਚ ਪਾਪ ਤੋਂ ਬਚਾਉਣ ਦੇ ਲਈ, ਮਨੁੱਖ ਜਾਤੀ ਨੂੰ ਪਾਪ ਤੋਂ ਬਚਾਉਣ ਦੇ ਲਈ ਸ਼ਬਦ ਮੁਜੱਸਮ ਹੋ ਕੇ ਇਸ ਦੁਨੀਆ ਦੇ ਵਿੱਚ ਆਇਆ, ਜਿਸ ਦੀ ਰਚਨਾ ਇਸ ਦੁਨੀਆ ਦੇ ਵਿੱਚ ਪਰਮੇਸ਼ਵਰ ਨੇ ਇੱਕ ਮਨੁੱਖ ਸਵਰੂਪ ਕੀਤੀ ਕਿ ਉਹ ਪਰਮੇਸ਼ਵਰ ਨੂੰ ਪਛਾਣ ਸਕਣ, ਜਾਣ ਸਕਣ। ਪਰਮੇਸ਼ਵਰ ਦੇ ਉਸ ਸਵਰੂਪ ਨੂੰ, ਜਿਸ ਸਵਰੂਪ ਦੇ ਵਿੱਚ ਆਦਮ ਨੂੰ ਤਿਆਰ ਕੀਤਾ। ਸਵਰੂਪ ਮਤਲਬ ਸਮਾਨਤਾ। ਸਮਾਨਤਾ ਦਾ ਮਤਲਬ ਇਹ ਨਹੀਂ ਕਿ ਉਹ ਪਰਮੇਸ਼ਵਰ ਜਿਹਾ ਹੋ ਗਿਆ। ਸਮਾਨਤਾ ਮਤਲਬ ਉਹ ਗੁਣ ਜੋ ਪਰਮੇਸ਼ਵਰ ਦੇ ਵਿੱਚ, ਉਹ ਉਹਨਾਂ ਦੇ ਵਿੱਚ ਹੋਣ। ਪਰਮੇਸ਼ਵਰ ਦੇਖਦਾ, ਮਨੁੱਖ ਵੀ ਦੇਖਦਾ ਹੈ। ਪਰਮੇਸ਼ਵਰ ਸੁਣਦਾ ਹੈ, ਮਨੁੱਖ ਵੀ ਸੁਣਦਾ ਹੈ।
ਮਨੁੱਖ ਬੋਲਦਾ ਹੈ, ਪਰਮੇਸ਼ਰ ਵੀ ਬੋਲਦਾ ਹੈ। ਮਨੁੱਖ ਚੱਲਦਾ, ਪਰਮੇਸ਼ਰ ਵੀ ਚੱਲਦਾ ਹੈ। ਇਹ ਸਮਾਨਤਾ, ਇਹ ਹੈ ਸਮਾਨਤਾ, ਇਕਲਤਾ। ਇਹਨੂੰ ਸਮਝਣਾ ਜ਼ਰੂਰੀ ਹੈ। ਜਦ ਤੱਕ ਅਸੀਂ ਇਹ ਸਮਝਦੇ ਨਹੀਂ ਹੈ, ਉਦੋਂ ਤੱਕ ਸਾਡੇ ਵਿੱਚ ਸ਼ਬਦ ਕਦੇ ਸਮਝ ਨਹੀਂ ਆਏਗਾ। ਬਹੁਤ ਸਾਰੇ ਲੋਕਾਂ ਨੇ ਜਿਹੜੇ ਧਾਰਮਿਕ ਦਾਰਸ਼ਨਿਕ ਆ, ਉਹਨਾਂ ਨੇ ਸ਼ਬਦ ਨੂੰ ਕਿੱਦਾਂ ਵੰਡਿਆ, ਲੇਕਿਨ ਅਸਲ ਦੇ ਵਿੱਚ ਸ਼ਬਦ ਹੈ ਕਿ ਮੈਂ ਆਪ ਨੂੰ ਪ੍ਰਗਟ ਕਰਕੇ ਦੱਸ ਰਿਹਾ। ਫਿਰ ਉਹ ਕਹਿੰਦਾ ਹੈ, ਪਰ ਯਹੋਨਾ ਦੇ ਭਾਸ਼ਣ ਦੇ ਬਾਰੇ ਸਪਸ਼ਟ ਲਿਖ ਰਿਹਾ ਹੈ ਅਤੇ ਉਹ ਦੱਸ ਰਿਹਾ, ਪਰਮੇਸ਼ਵਰ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਪ੍ਰਭੂ ਯਿਸੂ ਦੇ ਵਿਅਕਤੀ ਵਿੱਚ ਮਨੁੱਖਤਾਈ ਦੇ ਲਈ ਪ੍ਰਗਟ ਕੀਤਾ। ਪਰਮੇਸ਼ਵਰ ਨੇ ਆਪਣੇ ਆਪ ਨੂੰ ਯਿਸੂ ਦੇ ਵਿਅਕਤੀਤਵ ਦੇ ਵਿੱਚ ਮਨੁੱਖਤਾਈ ਦੇ ਲਈ ਪ੍ਰਗਟ ਕੀਤਾ। ਔਰ ਕਹਿੰਦਾ, ਸੰਸਾਰ ਵਿੱਚ ਆਉਣ ਦੇ ਦੁਆਰਾ ਮਸੀਹ ਨੇ ਸਿੱਧਤਾ ਨਾਲ ਸਾਡੇ ਵਿੱਚ ਪ੍ਰਗਟ ਕੀਤਾ ਕਿ ਪਰਮੇਸ਼ਰ ਕਿਸ ਤਰ੍ਹਾਂ ਦਾ ਹੈ। ਸ਼ਬਦ ਜਿਹੜਾ ਸੀ, ਉਹ ਸ਼ਬਦ ਜਦੋਂ ਮਨੁੱਖਤਾਈ ਦੇ ਵਿੱਚ ਮਸੀਹ ਯਿਸੂ ਦੇ ਵਿੱਚ ਮੁਜੱਸਮ ਹੋਇਆ, ਤਦ ਅਸੀਂ ਜਾਣਿਆ ਕਿ ਪਰਮੇਸ਼ਰ ਕਿਸ ਤਰ੍ਹਾਂ ਦਾ ਹੈ। ਪਰਮੇਸ਼ਰ ਨੂੰ ਚੋਰੀ ਕਰਕੇ ਰੋਟੀ ਖਾਣ ਦੀ ਆਦਤ ਨਹੀਂ ਹੈ। ਪਰਮੇਸ਼ਰ ਨੂੰ ਮੰਗ ਕੇ ਰੋਟੀ ਖਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਸਭ ਚੀਜ਼ਾਂ ਦੇ ਵਿੱਚ ਸਰਵਗਿਆ ਹੈ। ਪਰ ਇੱਥੇ ਉਹ ਮੇਰੇ ਲਈ ਪਰਮੇਸ਼ਵਰ ਦੇ ਚਾਰਿਤਰ ਨੂੰ, ਪਰਮੇਸ਼ਵਰ ਦੇ ਸਵਰੂਪ ਨੂੰ ਪ੍ਰਗਟ ਕਰਨ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ। ਉਸ ਨੇ ਸਾਨੂੰ ਦੱਸਿਆ ਹੈ ਕਿ ਕਿੰਨਾ ਜ਼ਿਆਦਾ ਪਰਮੇਸ਼ਵਰ ਸਾਨੂੰ ਪਿਆਰ ਕਰਦਾ ਹੈ। ਇਸ ਤਰ੍ਹਾਂ ਮਸੀਹ ਪਰਮੇਸ਼ਵਰ ਦਾ ਜਿਉਂਦਾ ਵਚਨ, ਜਿਉਂਦਾ ਸ਼ਬਦ, ਪਰਮੇਸ਼ਰ ਦੇ ਵਿਚਾਰਾਂ ਦਾ ਪ੍ਰਗਟਾਵਾ ਮਨੁੱਖਾਂ ਲਈ ਹੈ। ਪਹਿਲੀ ਗੱਲ ਅਸੀਂ ਇਸ ਜਗ੍ਹਾ ਦੇ ਵਿੱਚ ਦੇਖ ਰਹੇ ਹਾਂ। ਕੱਲ ਚੌਥੇ ਭਾਗ ਦੇ ਵਿੱਚ ਮੈਂ ਆਪ ਨੂੰ ਦੱਸਾਂਗਾ ਸ਼ਬਦ, ਔਰ ਉਸ ਦੇ ਨਾਲ ਦੱਸਾਂਗਾ ਸ਼ਬਦ ਜਿਹੜਾ ਹੈ ਉਹ ਆਦ ਵਿੱਚ ਪਰਮੇਸ਼ਰ ਦੇ ਨਾਲ ਕਿਸ ਤਰ੍ਹਾਂ ਸੀ। ਫਿਰ ਮੈਂ ਦੱਸਾਂਗਾ ਉਸ ਸ਼ਬਦ ਦੇ ਨਾਲ ਆ ਸਾਰੀ ਸੰਰਚਨਾ ਕਿਸ ਤਰ੍ਹਾਂ ਹੋਈ ਹੈ। ਇਹ ਕੱਲ ਮੈਂ ਯਹੋਨਾ 1:1-3 ਦੇ ਵਿੱਚ ਪ੍ਰਗਟ ਕਰਾਂਗਾ। ਹੁਣ ਤੱਕ ਮੈਂ ਸ਼ਬਦ ਜਿਹੜਾ ਸੀ, ਜਿਹੜਾ ਮਤਲਬ ਦਿਖਾਈ ਨਹੀਂ ਦੇ ਸਕਦਾ ਸੀ, ਵਿਅੰਤ ਸੀ, ਉਸ ਦਾ ਯੂਨਾਨੀ ਅਤੇ ਇਬਰਾਨੀ ਦੇ ਵਿੱਚ ਦੱਸ ਕੇ, ਔਰ ਉਸ ਜਿਹੜਾ ਸ਼ਬਦ ਸੀ ਉਸ ਦੇ ਗੁਣਾਂ ਨੂੰ ਪ੍ਰਗਟ ਕਰਕੇ ਆਪ ਦੇ ਅੱਗੇ ਦੱਸਿਆ ਹੈ। ਕੱਲ ਮੈਂ ਜੋ ਯਹੋਨਾ ਇੱਥੇ ਪ੍ਰਚਾਰ ਕਰ ਰਿਹਾ ਹੈ, ਉਸ ਦੇ ਬਾਰੇ ਆਪ ਦੇ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਮੈਂ ਆਪ ਨੂੰ ਵਿਰਾਮ ਦਿੰਦਾ ਹਾਂ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ, ਔਰ ਇਸ ਸ਼ਬਦ ਨੂੰ ਸਮਝਣ ਦੇ ਲਈ, ਇਸ ਸ਼ਬਦ ਦੇ ਵਿੱਚ ਬਣੇ ਰਹਿਣ ਦੇ ਲਈ, ਔਰ ਇਸ ਸ਼ਬਦ ਦਾ ਸਹੀ ਉਚਾਰਨ ਕਰਨ ਦੇ ਲਈ ਆਪ ਦੀ ਮਦਦ ਕਰੇ। ਕੋਈ ਆਪ ਨੂੰ ਇਸ ਸ਼ਬਦ ਦੇ ਹੋਰ ਸ਼ਬਦ ਦੇ ਨਾਲ ਅਹੇਰ ਨਾ ਕਰ ਲਵੇ। ਇਸ ਲਈ ਮੈਂ ਇਸ ਸ਼ਬਦ ਦੀ ਪ੍ਰਕਾਸ਼ਵਾ ਕਰਨ ਦੇ ਲਈ ਪਰਮੇਸ਼ਰ ਦੇ ਆਤਮਾ ਨੇ ਜੋ ਮੇਰੀ ਮਦਦ ਕੀਤੀ ਹੈ, ਉਸ ਦੇ ਲਈ ਧੰਨਵਾਦ। ਜੋ ਆਪ ਨੇ ਪ੍ਰਾਰਥਨਾਵਾਂ ਕੀਤੀਆਂ, ਉਸ ਦੇ ਲਈ ਵੀ ਧੰਨਵਾਦ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥ।